अस्सलाम वालेकुम सत श्री अकाल दोस्तों। सो ਅੱਜ ਅਸੀਂ ਫਿਰ ਭੁਲੇਖਾ ਦੇ ਦਫ਼ਤਰ ਔਰ ਪੰਜਾਬ ਹਾਊਸ ਦੇ ਵਿੱਚ ਹਾਜ਼ਰ ਹਾਂ ਆਪਣੀ ਤੀਸਰੀ ਕਲਾਸ ਨਾਲ। ਸੋ ਅੱਜ ਵੀ ਅਸੀਂ ਜਿਵੇਂ ਸਾਡੇ ਕੋਲ ਤੁਹਾਡੇ ਰਾਏ ਆਉਂਦੀਆਂ ਨੇ, ਤੁਹਾਡੇ ਖਾਸ ਤੌਰ ਤੇ ਤੁਸੀਂ ਸਾਨੂੰ ਮਸ਼ਵਰਾ ਦਿੰਦੇ ਰਹਿੰਦੇ ਹੋ। ਸੋ ਤੁਹਾਡਾ ਮਸ਼ਵਰਾ ਇਹੋ ਹੀ ਸੀ ਕਿ ਬਾਰ-ਬਾਰ ਦੁਹਰਾਈ ਕੀਤੀ ਜਾਵੇ। ਹਰ ਜਿਹੜੇ ਸਾਡੇ ਜਿਹੜੀ ਵੀਡੀਓ ਦੇ ਵਿੱਚ ਹੈ ਉਹਦੇ ਵਿੱਚ ਜਿਹੜੀ ਪਿਛਲੇ ਲਫ਼ਜ਼ ਦੀ ਦੁਹਰਾਈ ਹੈ ਉਹ ਜ਼ਰੂਰ ਕੀਤੀ ਜਾਵੇ। ਤੁਸੀਂ ਸਲਾਹਿਆ ਹੈ। ਖਾਸ ਤੌਰ ਤੇ ਚੜ੍ਹਦੇ ਪੰਜਾਬ ਵੱਲੋਂ ਬਹੁਤ ਸਾਰੇ ਐਸੇ ਮਸ਼ਵਰੇ ਆਏ ਨੇ ਜਿਨ੍ਹਾਂ ਵਿੱਚ ਜਿਹੜੀ ਸ਼ਾਮੁਖੀ ਸ਼ਬਦਾਵਲੀ ਹੈ ਉਹਨਾਂ ਨੂੰ ਨਜ਼ਰ ਨਾ ਆਉਣ ਦਾ ਗੱਲ ਕੀਤੀ ਗਈ ਹੈ। ਸੋ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਸ਼ਾਮੁਖੀ ਸ਼ਬਦਾਵਲੀ ਨੂੰ ਹੁਣ ਖੋਲ੍ਹ ਕੇ ਲਿਖਾਂਗੇ। ਤੁਹਾਡੇ ਜਿਹੜੇ ਮਸ਼ਵਰੇ ਆ ਉਹ ਸਿਰ ਮੱਥੇ ਆ। ਸੋ ਅੱਜ ਅਸੀਂ ਫਿਰ ਪਹਿਲੇ ਦੁਹਰਾਈ ਕਰਾਂਗੇ ਗੁਰਮੁਖੀ ਲਫ਼ਜ਼ਾਂ ਦੀ ਔਰ ਸ਼ਾਮੁਖੀ ਅੱਖਰਾਂ ਦੀ, ਔਰ ਉਸ ਤੋਂ ਬਾਅਦ ਫਿਰ ਅਸੀਂ ਅਗਲੇ 5 ਲਫ਼ਜ਼ ਜਿਹੜੇ ਹੈ ਉਸ ਦੀ ਜਿਹੜੀ ਕਲਾਸ ਹੈ ਉਹ ਕਰਾਂਗੇ। ਪਰ ਸਭ ਤੋਂ ਪਹਿਲਾਂ ਅਸੀਂ ਜਿਹੜੇ ਸਾਡੇ ਪਹਿਲੇ 15 ਲਫ਼ਜ਼ ਨੇ ਉਸ ਦੀ ਦੁਹਰਾਈ ਕਰਾਂਗੇ। ਸੋ ਪਹਿਲਾ ਲਫ਼ਜ਼ ਜਿਵੇਂ ਅਸੀਂ ਆਖਿਆ ਹੈ ਕਿ ਊੜਾ ਹੈ ਔਰ ਇਹ ਊੜਾ ਨਜ਼ਰ ਆ ਰਿਹਾ ਹੈ। ਇਹਦੀ ਪ੍ਰੈਕਟਿਸ ਅਸੀਂ ਕਰ ਚੁੱਕੇ ਹਾਂ। ਐੜਾ ਇਸ ਤਰ੍ਹਾਂ ਲਿਖਣਾ ਹੈ ਔਰ ਇਹ ਹੈ ਊੜਾ ਲਫ਼ਜ਼ ਹੈ। ਅਸੀਂ ਅਲਫ ਵਾ ਪੇਸ਼ ਜਮਾ ਅਲਫ ਵਾਓ ਇਹਦੀ ਆਵਾਜ਼ ਹੈ। ਐੜਾ ਐੜਾ ਜਿਹੜਾ ਹੈ ਉਹ ਇਸ ਦੀ ਆਵਾਜ਼ ਜਿਹੜੀ ਹੈ ਅਲਫ ਹੈ। ਸੋ ਅਸੀਂ ਇਸ ਦੀ ਵੀ ਪ੍ਰੈਕਟਿਸ ਕਰਾਂਗੇ। ਤੀਸਰੀ ਆਵਾਜ਼ ਹੈ ਈੜੀ। ਔਰ ਸ਼ਾਮੁਖੀ ਦੇ ਜਿੰਨੇ ਵੀ ਅਸੀਂ ਸੁਣਨ ਵਾਲੇ ਨੇ, ਵੇਖਣ ਵਾਲੇ ਨੇ, ਅਸੀਂ ਉਹਨਾਂ ਨੂੰ ਇੱਥੇ ਲਿਖ ਦਿੰਦੇ ਹਾਂ ਕਿ ਇਹ ਛੋਟੀ ਏ ਹੈ। ਬਹੁਤ ਸਾਰੇ ਸਾਡੇ ਦੋਸਤਾਂ ਨੇ ਕਿਹਾ ਕਿ ਸਾਨੂੰ ਇਸ ਦੀ ਸਮਝ ਨਹੀਂ ਆਈ ਛੋਟੀ ਏ ਕੀ ਹੁੰਦੀ ਹੈ। ਇਹ ਛੋਟੀ ਏ ਹੈ ਔਰ ਇਹਦੀ ਪ੍ਰੈਕਟਿਸ ਸਿੰਪਲੀ ਜਿਹੜੀ ਹੈ ਉਹ ਇਸ ਤਰ੍ਹਾਂ ਹੀ ਲਿਖਣਾ ਹੈ। ਅੱਗੇ ਸੱਸਾ ਅਸੀਂ 4 ਉਹ ਦੱਸ ਚੁੱਕੇ ਹਾਂ ਪਹਿਲੇ ਵੀ ਜਿਹੜੇ ਸਾਡੇ ਉਹ ਨੇ ਕਿ ਇਹਦੇ ਵਿੱਚ ਪਹਿਲੇ ਸੇ 3 ਨੁਕਤਿਆਂ ਵਾਲੀ ਔਰ ਫਿਰ ਸਵਾਦ ਸੀਨ ਔਰ ਆਖਰ ਦੇ ਵਿੱਚ ਇਹ ਵੀ 3 ਨੁਕਤਿਆਂ ਵਾਲੀ ਸੇ ਜਿਹੜੀ ਹੈ ਇਸ ਦਾ ਇਸਤੇਮਾਲ ਜਿਹੜਾ ਹੈ ਸੱਸੇ ਨਾਲ ਹੀ ਹੁੰਦਾ ਹੈ। ਸੱਸਾ। ਆਖਰੀ ਲਫ਼ਜ਼ ਹੈ ਹਾ। ਇਹ 2 ਹੈ ਨੇ। ਅਸੀਂ ਪਹਿਲੇ ਦੱਸ ਚੁੱਕੇ ਹਾਂ ਕਿ ਦੋਵਾਂ ਹੇਆਂ ਵਾਸਤੇ ਜਿਹੜਾ ਹੈ ਇਸ ਦਾ ਇਸਤੇਮਾਲ ਹੁੰਦਾ ਹੈ। ਅਗਲਾ ਲਫ਼ਜ਼ ਹੈ ਕੱਕਾ। ਕੱਕੇ ਵਾਸਤੇ ਜਿਹੜਾ ਹੈ ਉਹ 2 ਕਾਫ ਹੈ। ਦੋਵੇਂ ਕਾਫ ਜਿਹੜਾ ਹੈ ਕਾਫ ਕੈਂਚੀ ਵਾਲਾ ਜਿਹੜਾ ਹੋਵੇ ਔਰ ਦੂਸਰਾ ਕਾਫ ਹੈ। ਦੋਵਾਂ ਵਾਸਤੇ ਇਸਤੇਮਾਲ ਜਿਹੜਾ ਹੈ ਕੱਕੇ ਦਾ ਹੁੰਦਾ ਹੈ। ਅਗਲਾ ਲਫ਼ਜ਼ ਹੈ ਖੱਖਾ। ਦੋ ਅੱਖਾਂ ਲਿਖੇ ਹੈ ਜੀ, ਉਹਦੇ ਵਾਸਤੇ ਇਹ ਖੱਖਾ ਆਂਦਾ ਹੈ ਜੀ। ਗੱਗਾ ਗਾਫ ਦੀ ਆਵਾਜ਼ ਹੈ ਸਿਰਫ। ਗੱਗਾ ਇਹਦੀ ਪ੍ਰੈਕਟਿਸ ਅਸੀਂ ਕਰ ਚੁੱਕੇ ਹਾਂ ਇਹਨਾਂ ਲਫ਼ਜ਼ਾਂ ਦੀ। ਅਸੀਂ ਫਿਰ ਵੀ ਸਿਰਫ ਦੁਹਰਾਈ ਕਰ ਰਹੇ ਹਾਂ। ਜਿਹੜੀ ਇਹਦੀ ਉਹ ਹੈ ਉਹ 2 ਅੱਖਾਂ ਵਾਲੀ ਗਾਫ ਜਿਹੜੀ ਹੈ ਸਾਡੇ ਇੱਥੇ ਹਾਂ ਵਰਤੀ ਜਾਂਦੀ ਹੈ। ਗਾਂਗੇ ਦੇ ਨਾਲ ਕੋਈ ਲਫ਼ਜ਼ ਨਹੀਂ ਹੈ। ਚੱਚਾ ਸਿਰਫ ਚੇ ਦੀ ਆਵਾਜ਼ ਹੈ।
ਛੱਛਾ ਜਿਹੜੀ ਹੈ ਸਿਰਫ 6 ਦੀ ਆਵਾਜ਼ ਹੈ, 6 ਕੀ ਬਾਨੀ 6 ਹੈ। ਜੱਜਾ ਜੀਮ ਦੀ ਆਵਾਜ਼ ਹੈ ਸਿਰਫ। ਝੱਝਾ ਇਹ ਝੱਝਾ ਜੀਮ ਜਿਹੜਾ ਹੈ ਜੀਮ ਹੈ ਦੀ ਆਵਾਜ਼ ਹੈ, ਔਰ ਇਹ ਇਹ ਉਹ 15 ਲਫ਼ਜ਼ ਹਨ ਜਿਹੜੇ ਅਸੀਂ ਪਿਛਲੇ ਕਲਾਸਾਂ ਦੇ ਵਿੱਚ ਪ੍ਰੈਕਟਿਸ ਸਮੇਤ ਪੜ੍ਹਾਏ ਹੋਏ ਨੇ। ਹੁਣ ਅਸੀਂ ਅੱਗੇ ਲਫ਼ਜ਼ਾਂ ਵੱਲ ਜਿਹੜਾ ਹੈ ਉਹ ਵਧਾਂਗੇ। ਅਗਲੇ ਜਿਹੜੇ 5 ਲਫ਼ਜ਼ ਨੇ ਉਹ ਸਾਡੇ ਅੱਜ ਟੇ ਦੀ ਟੋਲੀ ਹੈ। ਇਸ ਲਫ਼ਜ਼ ਦੀ ਅਸੀਂ ਪ੍ਰੈਕਟਿਸ ਕੀਤੀ ਹੈ ਜਿਸ ਵੇਲੇ ਈੜੀ ਹੈ, ਈੜੀ ਦੀ ਪ੍ਰੈਕਟਿਸ ਅਸੀਂ ਕਰਦੇ ਰਹੇ ਹਾਂ। ਸੋ ਇਹ ਲਫ਼ਜ਼ ਦੀ ਵੀ ਪ੍ਰੈਕਟਿਸ ਜਿਹੜੀ ਹੈ ਉਹ ਬਹੁਤ ਆਸਾਨ ਹੈ, ਸਿੰਪਲ। ਜਿਵੇਂ ਅਸੀਂ 5 ਉਲਟਾ ਪਾਉਂਦੇ ਹਾਂ, ਲੇਕਿਨ ਇਹਦੇ ਵਿੱਚ ਥੋੜ੍ਹਾ ਜਿਹਾ ਖੰਮ ਹੁੰਦਾ ਹੈ। ਇਹ ਜਿਹੜਾ ਹੈ ਉਹ ਖੰਮ ਹੁੰਦਾ ਹੈ। ਈੜੀ ਦੇ ਵਿੱਚ ਇੱਥੇ ਇੱਕ ਲੀਕ ਹੁੰਦੀ ਹੈ, ਪਰ ਇਹਨਾਂ ਨੂੰ ਬਗੈਰ ਲੀਕ ਤੋਂ ਰੱਖਿਆ ਜਾਂਦਾ ਹੈ। ਇਹ ਟੇ ਲਫ਼ਜ਼ ਜਿਹੜਾ ਹੈ ਉਹ ਟੈਂਕਾ ਇਸ ਦਾ ਹੈ। ਆਵਾਜ਼ ਜਿਹੜੀ ਹੈ ਉਹ ਟੀ ਦੀ ਹੈ। और सिर्फ टे दी आवाज़ है। अगला लफ्ज़ भी बहुत सौखा है। एक लीक वाला नहीं, एक छोटी जी लीक जिवें दरम्यान दे विच असी अंगां दे विच भी पाई हुई है। सो इहदे विच दरम्यान दे विच ओह लैके ते फिर एक पूरा गोल दायरा लाना है। इस नूं कहंदे ने ठठा। ठा और टे दे अगे ठट्ठा हुंदा वा। जिहड़े भी लफ्ज़ होएगा, जिहड़ा लफ्ज़ ठे होएगा, ठे की मानी जिहड़ी 2 अखां वाली ठे है वो उस दे नाल ही अगला लफ्ज़ होएगा। गुरमुखी अखर दे विच इस नूं खास तौर ते तुसीं ख्याल रखना है। अगला लफ्ज़ है डड्डा। बहुत आसान है। जिवें असीं ऊड़ा दे विच 3 दा ਉਹ ਪਾਇਆ ਸੀ, सिर्फ 3 ਨੂੰ आखिर ਦੇ ਵਿੱਚ ਥੋੜਾ ਜਿਹਾ ਘੁਮਾ ਦੇਣਾ ਹੈ। 3 ਪਾ ਕੇ ਤੇ ਫਿਰ ਉਸ ਨੂੰ ਘੁਮਾ ਦੇਣਾ ਹੈ। ਸੋ ਉਤੋਂ ਥੋੜਾ ਜਿਹਾ ਘੁਮਾ ਕੇ ਰੱਖਣਾ ਹੈ। ਸੋ ਇਹ ਡੱਡਾ ਹੈ। ਸ਼ਾਮੁਖੀ ਚ ਇਹਨੂੰ ਡੱਡਾ ਇਸ ਤਰ੍ਹਾਂ ਲਿਖਿਆ ਜਾਂਦਾ ਹੈ। ਇਹਦੀ ਆਵਾਜ਼ ਜਿਹੜੀ ਹੈ ਡਾਲ ਦੀ ਆਵਾਜ਼ ਹੈ। ਢਾਡਾ ਜਿਹੜਾ ਹੈ ਲਫ਼ਜ਼ ਢਾਡਾ ਹੈ। ਸੋ ਇਹ ਡੱਡੇ ਦੇ ਅੱਗੇ ਇਸ ਕਰਕੇ ਹੈ ਕਿ ਡੱਡਾ ਡਾਲ ਹੈ। ਇਹ ਡਾਲ ਹੈ। ਬਹੁਤ ਸਾਰੇ ਲਫ਼ਜ਼ ਇਹਦੇ ਨਾਲ ਬਣਦੇ ਨੇ। ਖਾਸ ਤੌਰ ਤੇ ਢੋਲ ਦਾ ਲਫ਼ਜ਼ ਜਿਹੜਾ ਹੈ ਉਹ ਇਸ ਨਾਲ ਬਣਦਾ ਹੈ। ਅੱਗੇ ਲਫ਼ਜ਼ ਬਹੁਤ ਮਸ਼ਹੂਰ ਹੈ। ਇਹਨੂੰ ਵੀ ਲਿਖਣ ਦਾ ਪ੍ਰੈਕਟਿਸ ਅਸੀਂ ਤੁਹਾਨੂੰ ਬਾਅਦ 'ਚ ਵੀ ਇਸ ਦੀ ਕੋਸ਼ਿਸ਼ ਕਰਾਂਗੇ ਕਿ ਇਸ ਦੀ ਲਿਖਣ ਦੀ ਪ੍ਰੈਕਟਿਸ ਇਸ ਤੋਂ ਬਾਅਦ ਅਸੀਂ ਕਰਾਈਏ। ਔਰ ਅੱਗੇ ਲਫ਼ਜ਼ ਜਿਹੜਾ ਹੈ ਉਹ ਹੈ ਅਣਨੂਨ, यानी राणा। ਣਾ ਰਾਣਾ ਜਿਹੜਾ ਹੈ ਲਫ਼ਜ਼ ਇਹ ਅੜਨੂਨ ਹੈ। ਅਸ਼ਾਮੁਖੀ ਦੇ ਵਿੱਚ ਬਹੁਤ ਫੇਮਸ ਹੈ। ਇਸ ਤੋਂ ਬਹੁਤ ਜ਼ਿਆਦਾ ਜਿਹੜੇ ਲਫ਼ਜ਼ ਨੇ ਅਣਨੂਨ ਵਾਲੇ ਉਹ ਬਣਦੇ ਹਨ। ਔਰ ਜਿਵੇਂ ਲਫ਼ਜ਼
ਪਾਣੀ ਹੈ। ਅਣੀ ਦਾ ਲਫ਼ਜ਼ ਜਿਹੜਾ ਆਖਰੀ ਹੈ ਉਹ ਅਣ ਨੂਨ ਤੋਂ ਹੀ ਗਿਣਿਆ ਜਾਂਦਾ ਹੈ, ਔਰ ਇਹ ਪੰਜਾਬੀ ਦੇ ਵਿੱਚ ਇਹ ਕਿਸੇ ਹੋਰ ਨਾਲ ਇਸ ਦਾ ਜਿਹੜਾ ਹੈ ਹੋਰ ਜ਼ਬਾਨਾਂ ਨਾਲ ਇਹ ਬਿਲਕੁਲ ਮੈਚ ਨਹੀਂ ਖਾਂਦਾ ਹੈ, ਔਰ ਅਣ ਨੂਨ ਦੀ ਇੱਕ ਆਪਣੀ ਆਵਾਜ਼ ਹੈ। ਸੋ ਇਹ ਉਹ 5 ਲਫ਼ਜ਼ ਨੇ: ਟੈਂਕਾ, ਠੱਠਾ, ਡੱਡਾ, ਢੱਡਾ, ਹਰਾਣਾ। ਸੋ ਇਹ 5 ਲਫ਼ਜ਼ ਨੇ ਸਾਡੇ ਅਗਲੇ। ਅਸੀਂ ਇਸ ਤੋਂ ਬਾਅਦ ਇਸ ਦੀ ਜਿਹੜੀ ਹੈ ਉਹ ਲਿਖਣ ਦੀ ਪ੍ਰੈਕਟਿਸ ਕਰਾਂਗੇ। पहला लफ्ज है टैंका। टैंका बहुत सिंपल सादा लफ्ज़ों के विच है कि एक लीक वा के ना सिंपल एक लीक वा लैनी है, फिर उस तो बाद उस लीक दे 3 हिस्से छड़ के ते एक छोटी जी लीक थले आ ले आनी है, और फिर इस तो बाद एक होर लीक वा लैनी है। बहुत सारे दोस्तों को पता है क्योंकि इसकी ईड़ी की प्रैक्टिस असी कर चुके हैं। सो ये है कि टैंका जड़ा है साढ़े सामने कोई नया लफज नहीं है। ईड़ी दे विच इस तरह करके एक लीक पाई जाती है, पर असी इत्थे सिर्फ लीक नहीं पानी है, सिर्फ इनू सिंपल सादा रखना है। लफज है टैंका और आवाज है टे दी। ठीक है, इसकी प्रैक्टिस जिहड़ी है जिन्नी बार बार करोगे तुहानू ईड़ी भी आएगी, टैंका आएगा। उल्टा 5 लिखना है, थोड़ा जिहा इहदे विच खम पाना है। इस करके जिहड़ी है इसकी प्रैक्टिस जदों बार बार करोगे इहदी तुहानू पूरी तरह समझ आएगी। अगला लफ्ज है ठट्ठा। ठट्ठा भी बहुत आसान है कि एक लीक इस तरह ला देनी और उसके बिल्कुल दरम्यान दे विच असी अगली लीक लानी है, बिल्कुल दरम्यान दे विच। और इस दरम्यान दे लीक तो असी पूरी तरह जिहड़ा है वो घुमा के फुल घुमाना है और एक बेजवी शक्ल का जिहड़ा है वो डब्बा बना देना है। सो ये है ठट्ठा। दोबारा वेख सकते हो इहनूं, ठट्ठा। ਇਹਦੀ आवाज़ ਜਿਹੜੀ है जिवें टैंका ਹੁੰਦਾ है ਇਹਦੇ ਨਾਲ ही ठे हेकी बानी ठे ਦਾ ਜਿਹੜਾ है आवाज़ है वो है। शाहमुखी च इसकी आवाज़ ਜਿਹੜੀ शाहमुखी सिखण वाले है वो इसकी आवाज़ा पहले वेख लैण कि ये ठे की बानी ठे है, 2 अखां वाली ठे है। अगला लफ्ज है डड्डा। डाल दी आवाज़ है, बहुत सिंपल है कि एक लीक ला के जिवें सारे थावां ते तुसीं आंदे हो, फिर इसनूं थल्ले 3 वर्गों 3 बना लेना। फिर इस शक्ल बेजवी शक्ल का एक इत्थे भी छोटा जिहा वो बनाना है ताकि इसका ख्याल रखे कि इसकी पूरी तरह जिहड़ी लाइनिंग है वो लाइनिंग अपनी लाइनां तो बाहर ना जावे। डड्डा लफ्ज है, डाल दी आवाज़ है। अगले लफ्ज है ढाडा। बहुत सिंपल सादा लफ्ज है। उसी तरह एक लीक लानी है, उस तरह एक लीक लानी है, 3 हिस्से छड़ के चौथे हिस्से के थले लीक ले आनी है।
ਢਾਡਾ, ਡਾਲ हे ਦੀ ਆਵਾਜ਼ ਹੈ। ਔਰ ਇਸ ਤੋਂ ਜਿਹੜਾ ਸਾਡਾ ਟ੍ਰੈਡੀਸ਼ਨ ਜਿਹੜੀ ਹੈ ਸਾਡੀ ਪੰਜਾਬੀਆਂ ਦੀ ਢੋਲ ਤੋਂ ਸ਼ੁਰੂ ਹੁੰਦੀ ਹੈ। ਸੋ ਢੋਲ ਮਾਈਆ ਸਾਡੇ ਜਿਹੜੇ ਆ ਲਫ਼ਜ਼ ਉਹ ਇਸ ਤੋਂ ਸ਼ੁਰੂ ਹੁੰਦੇ ਆ। ਆਖਰੀ ਲਫ਼ਜ਼ ਜਿਹੜਾ ਹੈ ਉਹ ਅਸੀਂ ਇਸ ਲੈਣ ਦੇ ਜਿਹੜਾ ਹੈ ਉਹ ਬਾਕੀ ਜ਼ੁਬਾਨਾਂ ਦੇ ਵਿੱਚ ਇਹ ਫਰਕ ਪਾਉਂਦਾ ਹੈ। ਸਾਡਾ ਹੈ ਲਫ਼ਜ਼ ਅੜਨੂਨ, ਸ਼ਾਹਮੁਖੀ 'ਚ ਇਹਨੂੰ ਅੜਨੂਨ ਕਹਿੰਦੇ ਨੇ ਔਰ ਗੁਰਮੁਖੀ 'ਚ ਹਣਾਣਾ ਦਾ ਲਫ਼ਜ਼ ਇਸਤੇਮਾਲ ਹੁੰਦਾ ਹੈ। ਫਿਰ ਲਿਖਣਾ ਸਿੰਪਲ ਸਾਦਾ ਇੱਕ ਲੈਣ ਲਾਣੀ ਹੈ। ਫਿਰ ਜਿਵੇਂ 3 ਹਿੱਸੇ ਛੱਡ ਕੇ ਚੌਥੇ ਹਿੱਸੇ ਤੇ ਇੱਕ ਹੋਰ ਘੁੰਮਦੀ ਲੈਣ ਲਾਣੀ ਹੈ। ਫਿਰ ਇੱਥੋਂ ਇੱਕ ਹੋਰ ਲੈਣ ਕੱਢ ਦੇਣੀ ਹੈ। ਫਿਰ 5 ਵਰਗੋਂ ਜਿਹੜਾ ਹੈ ਨਾ ਇੱਥੋਂ 5 ਲਿਖ ਦੇਣਾ। ਇਸ ਤਰ੍ਹਾਂ ਸਿੰਪਲ ਸਾਦਾ। ਦੁਬਾਰਾ ਵੇਖ ਸਕਦੇ ਹੋ ਤੁਸੀਂ ਕਿ ਇੱਕ ਇਸ ਤਰ੍ਹਾਂ ਨਾਲ ਲਾਣੀ ਹੈ, ਫਿਰ ਇੱਕ ਤੀਸਰਾ ਹਿੱਸਾ ਛੱਡ ਕੇ ਫਿਰ ਇੱਕ ਥੋੜ੍ਹੀ ਜਿਹੀ ਵਿੰਗੀ ਜਿਹਾ ਲਾਈਨ ਲਾਣੀ ਹੈ, ਫਿਰ ਇੱਥੋਂ ਫੜ ਕੇ ਇਸ ਤਰ੍ਹਾਂ 5 ਦਾ ਉਹ ਬਣਾਉਣਾ ਹੈ। ਲੇਕਿਨ ਕਿ ਸਾਰੀਆਂ ਲਾਈਨਾਂ ਤੁਹਾਡੀਆਂ ਜਿਹੜੀਆਂ ਨੇ ਉਹ ਬਰਾਬਰ ਹੋਣ ਤਾਂ ਕਿ ਲਫ਼ਜ਼ ਜਿਹੜਾ ਹੈ ਉਹ ਅੜਨੂਨ ਪੂਰਾ ਆਵੇ। ਹੜਾਣਾ ਅੜਨੂਨ ਜਿਹੜਾ ਹੈ ਇਹ ਹੈ ਉਹ 4 ਲਫ਼ਜ਼ ਟੇ ਦੀ ਟੋਲੀ ਇਹਨਾਂ ਨੂੰ ਬਿਆਨ ਕੀਤਾ ਜਾਂਦਾ ਹੈ। ਦੁਬਾਰਾ ਦੱਸ ਦਿੰਦਾ ਜਾਵਾਂ ਕਿ ਟੈਂਕਾ, ਠੱਠਾ, ਡੱਡਾ, ਢੱਡਾ ਔਰ ਹਣਾਣਾ ਅੜਨੂਨ ਦੀ ਆਵਾਜ਼ ਹੈ। ਬਹੁਤ ਫੇਮਸ ਪੰਜਾਬੀ ਜਿਹੜੇ ਹੈ ਇਸ ਦਾ ਇਸਤੇਮਾਲ ਬਹੁਤ ਜ਼ਿਆਦਾ ਕਰਦੇ ਹਨ। ਸੋ ਇਹ 5 ਉਹ ਲਫ਼ਜ਼ ਨੇ ਜਿਨ੍ਹਾਂ ਦੀ ਪ੍ਰੈਕਟਿਸ ਤੁਸੀਂ ਜਿਹੜੀ ਟੇ ਦੀ ਟੋਲੀ ਹੈ ਬਾਰ-ਬਾਰ ਕਰੋ। ਔਰ ਮੈਂ ਖ਼ਾਸ ਤੌਰ 'ਤੇ ਆਪਣੇ ਪੰਜਾਬੀ ਭਰਾਵਾਂ ਨੂੰ ਔਰ ਚੜ੍ਹਦੇ ਪੰਜਾਬ ਵਾਲਿਆਂ ਨੂੰ ਕਹਾਂਗਾ ਕਿ ਤੁਸੀਂ ਫਿਲਹਾਲ ਸਿਰਫ ਔਰ ਸਿਰਫ ਜਿਹੜੀ ਹੈ ਇਸ ਆਵਾਜ਼ਾਂ 'ਤੇ ਸ਼ਾਹਮੁਖੀ ਦੀਆਂ ਇਹਨਾਂ ਆਵਾਜ਼ਾਂ 'ਤੇ ਧਿਆਨ ਦੇਣਾ ਹੈ। ਤੁਹਾਡੇ ਵਾਸਤੇ ਅਸੀਂ ਸ਼ਾਹਮੁਖੀ ਦੀ ਕਲਾਸ ਜਿਹੜੀ ਹੈ ਫਿਰ ਸ਼ੁਰੂ ਕਰਾਂਗੇ ਤਾਂ ਕਿ ਤੁਸੀਂ ਇਸ ਤੋਂ ਬਾਅਦ ਸ਼ੁਰੂ ਕਰਾਂਗੇ ਤਾਂ ਕਿ ਸਭ ਤੋਂ ਪਹਿਲਾਂ ਸਾਡੇ ਇੱਥੇ ਦੇ ਪੰਜਾਬੀ ਜਿਹੜੇ ਨੇ ਉਹ ਗੁਰਮੁਖੀ ਸਿੱਖ ਸਕਣ ਅਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਜਿਹੜੀ ਹੈ ਸ਼ਾਹਮੁਖੀ ਦੀ ਕਲਾਸ ਵੀ ਜਿਹੜੀ ਹੈ ਪੰਜਾਬ ਹਾਊਸ ਵੱਲੋਂ ਅਸੀਂ ਰਿਕੁਐਸਟ ਕੀਤੀ ਹੋਈ ਹੈ ਬਟ ਸਾਹਿਬ ਨੂੰ ਕਿ ਉਹ ਇਸ ਦੇ ਉੱਤੇ ਖਾਸ ਧਿਆਨ ਦੇਣਗੇ। ਔਰ ਜਿਹੜਾ ਹੈ ਇਹਨਾਂ ਸਾਰੇ ਲਫ਼ਜ਼ਾਂ ਨੂੰ ਤੁਸੀਂ ਸਿਰਫ ਪ੍ਰੈਕਟਿਸ ਵਜੋਂ ਹਜੇ ਤੁਸੀਂ ਸਿੱਖਣਾ ਹੈ ਤਾਂ ਕਿ ਤੁਹਾਨੂੰ ਅਲਫ ਬੇ ਪੂਰੀ ਤਰ੍ਹਾਂ ਆ ਜਾਵੇ। ਉਸ ਤੋਂ ਬਾਅਦ ਅਸੀਂ ਤੁਹਾਡੇ ਵਾਸਤੇ ਕਲਾਸਾਂ ਦੀ ਪੂਰੀ ਕੋਸ਼ਿਸ਼ ਕਰਾਂਗੇ। ਸੋ ਇਹ ਟੇ ਦੀ ਟੋਲੀ ਹੈ ਉਹ 5 ਲਫ਼ਜ਼ ਨੇ। ਤੁਸੀਂ ਇਹ ਖਾਸ ਤੌਰ 'ਤੇ ਜ਼ਿਆਦਾ ਤੋਂ ਜ਼ਿਆਦਾ ਇਹਨਾਂ 5 ਲਫ਼ਜ਼ਾਂ ਦੀ ਪ੍ਰੈਕਟਿਸ ਕਰੋ ਔਰ ਇਹਨਾਂ ਤੋਂ ਜਿਹੜੇ ਲਫ਼ਜ਼ ਬਣਦੇ ਲਫ਼ਜ਼ ਨੇ ਉਹਨਾਂ ਦੇ ਉੱਤੇ ਗੌਰ ਕਰੋ ਕਿ ਇਹਨਾਂ 'ਤੇ ਟੇ ਦੇ ਉੱਤੋਂ ਕਿਹੜਾ ਲਫ਼ਜ਼ ਬਣਦਾ ਹੈ, ਠੇ ਦੇ ਉੱਤੋਂ, ਡੇ ਦੇ ਉੱਤੋਂ, ਡੇਹ ਕੀ ਬਣੀ ਡਾਲ ਦੇ ਉੱਤੋਂ ਕਿਹੜਾ ਲਫ਼ਜ਼ ਹੈ, ਅੜਨੂਨ ਤੋਂ ਕਿਹੜੇ ਕਿਹੜੇ ਲਫ਼ਜ਼ ਬਣਦੇ ਨੇ। ਉਹ ਲਫ਼ਜ਼ ਖੁਦ 5 ਲਫ਼ਜ਼ ਖੁਦ ਬਣਾਓ। ਤੁਹਾਡੇ ਕੋਲ ਇੰਨਾ ਟਾਈਮ ਹੁੰਦਾ ਹੈ ਔਰ ਉਹਨਾਂ ਪ੍ਰੈਕਟਿਸ ਨੂੰ ਜਿਹੜੇ ਪ੍ਰੈਕਟਿਸ ਤੁਸੀਂ ਵੇਖ ਰਹੇ ਹੋ ਉਹਨਾਂ ਪ੍ਰੈਕਟਿਸ ਨੂੰ ਤੁਸੀਂ ਬੇਸ਼ੱਕ ਉੱਥੇ ਹੀ ਜਿੱਥੇ ਤੁਸੀਂ ਵੇਖ ਰਹੇ ਹੋ ਉੱਥੇ ਹੀ ਸਾਨੂੰ ਭੇਜ ਦਿਓ। ਸਾਡੇ ਕੋਲ ਪੰਜਾਬ ਹਾਊਸ ਵਾਲਿਆਂ ਕੋਲ ਆ ਜਾਏਗਾ ਔਰ ਅਸੀਂ ਉਹਦੇ ਪ੍ਰਿੰਟ ਕਢਾ ਕੇ ਅਸੀਂ ਬਾਕਾਇਦਾ ਚੈੱਕ ਕਰਕੇ ਅਸੀਂ ਤੁਹਾਨੂੰ ਵਾਪਸ ਵੀ ਭੇਜ ਦਿਆਂਗੇ। ਸੋ ਕੋਸ਼ਿਸ਼ ਕਰੋ ਕਿ ਇਹਨਾਂ ਦੀ ਜ਼ਿਆਦਾ ਤੋਂ ਜ਼ਿਆਦਾ ਪ੍ਰੈਕਟਿਸ ਕਰੋ। ਸੋ ਇਹ ਸਾਡੇ ਹੋ ਚੁੱਕੇ ਨੇ 20 ਲਫ਼ਜ਼ ਹੋ ਚੁੱਕੇ ਨੇ ਔਰ ਸਾਡੀ ਤੀਸਰੀ ਕਲਾਸ ਹੈ। ਔਰ ਜੇ ਤੁਸੀਂ ਫਿਜ਼ੀਕਲੀ ਪੰਜਾਬ ਹਾਊਸ ਆ ਕੇ ਸਿੱਖਣਾ ਚਾਹੋ ਤਾਂ ਵੈਲਕਮ, ਕਿਉਂਕਿ ਬਹੁਤ ਸਾਰੇ ਬੱਚੇ ਇੱਧਰ ਆ ਰਹੇ ਨੇ ਔਰ ਸਿੱਖ ਰਹੇ ਨੇ। ਸੋ ਜੇ ਤੁਸੀਂ ਆਓਗੇ ਤੇ ਇੱਥੇ ਵੀ ਸਿੱਖਣ ਦਾ ਪ੍ਰਬੰਧ ਪੂਰਾ ਕੀਤਾ ਗਿਆ ਪੰਜਾਬ ਹਾਊਸ ਦੇ ਵਿੱਚ। ਸੋ ਇਹਨਾਂ 5 ਲਫ਼ਜ਼ਾਂ ਦੇ ਨਾਲ ਸਾਡੇ 20 ਲਫ਼ਜ਼ ਹੋ ਚੁੱਕੇ ਨੇ। ਇਹ 20 ਲਫ਼ਜ਼ਾਂ ਦੀ ਤੁਸੀਂ ਬਾਰ-ਬਾਰ ਪ੍ਰੈਕਟਿਸ ਕਰੋ, ਦੁਹਰਾਈ ਕਰੋ ਔਰ ਸਾਡੇ ਕੋਲ ਵੀ ਭੇਜ ਸਕਦੇ ਹੋ। ਤੁਸੀਂ ਭੇਜੋ ਤੇ ਅਸੀਂ ਦੁਬਾਰਾ ਚੈੱਕ ਕਰਕੇ ਵਾਪਸ ਤੁਹਾਨੂੰ ਭੇਜਾਂਗੇ। ਸੋ ਇਹ ਸਾਡੇ ਗੁਰਮੁਖੀ ਜ਼ੁਬਾਨ ਦੇ 20 ਲਫ਼ਜ਼ ਹੋ ਚੁੱਕੇ ਨੇ ਤੇ ਹੋਰ ਅਗਲੇ ਅਸੀਂ ਕੋਸ਼ਿਸ਼ ਕਰਾਂਗੇ ਅਗਲੀ ਕਲਾਸ ਦੇ ਵਿੱਚ ਅਸੀਂ ਤੁਹਾਨੂੰ 5 ਲਫ਼ਜ਼ਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਤੁਸੀਂ ਸਾਨੂੰ ਇਜਾਜ਼ਤ ਦਿਓ। ਬਹੁਤ ਧੰਨਵਾਦ, ਸ਼ੁਕਰੀਆ, ਖੁਦਾ ਹਾਫਿਜ਼।